इस वीडियो ਨੂੰ ਦੇਖ ਰਹੀਆਂ ਸਮੂਹ ਮਾਣਯੋਗ ਸ਼ਖਸੀਅਤਾਂ ਅਤੇ ਪਿਆਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁੰਦਰ ਲਿਖਾਈ ਮੁਹਿੰਮ ਜੋ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਵਰਕਸ਼ਾਪ ਚਲਾਈ ਗਈ ਹੈ, ਇਸ ਵਰਕਸ਼ਾਪ ਦਾ ਇੱਕੋ ਹੀ ਉਦੇਸ਼ ਹੈ ਹਰ ਅਧਿਆਪਕ ਕਰਮਚਾਰੀ ਜਾਂ ਬੱਚੇ ਦੀ ਲਿਖਾਈ ਨੂੰ ਸੁੰਦਰ ਬਣਾਉਣਾ। ਜੇਕਰ ਸਾਡੀ ਲਿਖਾਈ ਸੁੰਦਰ ਹੋਏਗੀ ਤਾਂ ਉਸ ਨਾਲ ਸਾਡੀ ਸ਼ਖਸੀਅਤ ਵਿੱਚ ਚਾਰ ਚੰਨ ਜਿਹੜੇ ਹੈ ਉਹ ਆਪਣੇ ਆਪ ਹੀ ਲੱਗ ਜਾਂਦੇ ਆ। ਇੱਥੇ ਇੱਕ ਗੱਲ ਬਿਲਕੁਲ ਕਲੀਅਰ ਕਰਨੀ ਚਾਹਾਂਗਾ ਮੈਂ ਕਿ ਸੁੰਦਰ ਲਿਖਾਈ ਦੇ ਵਿੱਚ ਕੈਲੀਗ੍ਰਾਫੀ ਵੀ ਆ ਜਾਂਦੀ ਹੈ ਤੇ ਛਾਪੇਖਾਨੇ ਦੀ ਜਿਹੜੀ ਹੈ ਲਿਖਾਈ ਉਹ ਵੀ ਆ ਜਾਂਦੀ ਹੈ। ਪਰ ਕਿਉਂਕਿ ਅਸੀਂ ਸਕੂਲੀ ਸਿੱਖਿਆ ਦੀ ਗੱਲ ਕਰ ਰਹੇ ਹਾਂ, ਸੋ ਇੱਥੇ ਅਸੀਂ ਜੋ ਛਾਪੇਖਾਨੇ ਦੀ ਲਿਖਾਈ ਹੈ ਉਹਨਾਂ ਅੱਖਰਾਂ ਦੀ ਬਣਤਰ ਬਾਰੇ ਹੀ ਵਿਚਾਰ ਚਰਚਾ ਕਰਾਂਗੇ। ਉਹਨਾਂ ਦੀ ਬਣਤਰ ਬਾਰੇ ਹੀ ਅਸੀਂ ਜੋ ਉਹਨਾਂ ਨੂੰ ਕਿਸ ਤਰੀਕੇ ਨਾਲ ਅੱਖਰਾਂ ਨੂੰ ਬਣਾਉਣਾ ਤਾਂ ਉਹਦੇ ਬਾਰੇ ਹੀ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਦੀ ਜੋ ਸਾਡੀ ਇਹ ਵਰਕਸ਼ਾਪ ਸ਼ੁਰੂ ਹੋਣ ਜਾ ਰਹੀ ਹੈ ਪਹਿਲੇ ਦਿਨ ਦੀ, ਇਸ ਵਿੱਚ ਅਸੀਂ ਜੋ ਗੁਰਮੁਖੀ ਦੇ ਅੱਖਰ ਹੈ, 41 ਅੱਖਰ ਹੈ ਜਾਂ ਉਹਨਾਂ ਦੇ ਨਾਲ ਲਗਾ ਮਾਤਰਾ ਨੇ, ਅਸੀਂ ਉਹਨਾਂ ਨੂੰ ਸਟੈਪ ਵਾਈਜ਼ ਵੰਡਿਆ ਹੈ। ਸਟੈਪ ਵਾਈਜ਼ ਵੰਡਣ ਦਾ ਕਾਰਨ ਇਹ ਹੈ ਕਿ ਕੁਝ ਅੱਖਰ ਆਪਸ ਵਿੱਚ ਉਹਨਾਂ ਦੀ ਜਿਹੜੀ ਬਣਤਰ ਹੈ ਉਹ ਮਿਲਦੀ ਜੁਲਦੀ ਹੈ, ਤਾਂ ਜਿਹੜੇ ਇੱਕੋ ਜਿਹੀ ਬਣਤਰ ਵਾਲੇ ਅੱਖਰ ਹੈ ਉਹ ਅਸੀਂ ਇੱਕ ਸਟੈਪ ਵਿੱਚ ਰੱਖੇ ਹੈ, ਜਿਹੜੇ ਦੂਜੀ ਬਣਤਰ ਵਾਲੇ ਅੱਖਰ ਹੈ ਇੱਕੋ ਜਿਹੇ ਉਹ ਦੂਜੇ ਸਟੈਪ ਵਿੱਚ ਰੱਖੇ ਹੈ, ਤਾਂ ਕਿ ਬੱਚਾ ਜਾਂ ਅਧਿਆਪਕ ਜੋ ਵੀ ਸੁੰਦਰ ਲਿਖਾਈ ਸਿੱਖਣੀ ਚਾਹੁੰਦਾ ਹੈ ਉਹ ਇਹਨਾਂ ਨੂੰ ਆਸਾਨੀ ਨਾਲ ਸਿੱਖ ਸਕੇ। ਜਿਹੜੇ ਆਸਾਨ ਅੱਖਰ ਹੈ ਉਹ ਪਹਿਲਾਂ ਸਿਖਾਏ ਜਾਣਗੇ, ਜਿਵੇਂ ਜਿਵੇਂ ਗਲਾਈ ਵਾਲੇ ਅੱਖਰ ਆਉਣਗੇ ਉਵੇਂ ਉਵੇਂ ਅਸੀਂ ਸਟੈਪ ਬਾਏ ਸਟੈਪ ਅੱਗੇ ਵਧਦੇ ਰਵਾਂਗੇ। ਤਾਂ ਜਦੋਂ ਵੀ ਅਸੀਂ ਸੁੰਦਰ ਲਿਖਾਈ ਲਿਖਣੀ ਹੈ ਤਾਂ ਇੱਕ ਦੋ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣ ਯੋਗ ਨੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਲਿਖਾਈ ਲਿਖਣੀ ਸ਼ੁਰੂ ਕਰਨੀ ਹੈ ਤਾਂ ਸਾਡੇ ਮਨ ਦੇ ਵਿੱਚ ਸਹਿਜਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਕਾਹਲਪਣ ਵਿੱਚ ਹਾਂ ਤਾਂ ਕਦੇ ਵੀ ਸੁੰਦਰ ਲਿਖਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ। ਨੰਬਰ 2 ਦੇ ਉੱਪਰ ਸਾਡੇ ਕੋਲੇ ਲਿਖਾਈ ਲਿਖਣ ਲਈ ਵਧੀਆ ਕੋਈ ਪੈਨ, ਪੈਨਸਲ ਜਾਂ ਕਲਮ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਪੈਨਸਲ ਨੂੰ ਜਦੋਂ ਅਸੀਂ ਫੜਨਾ ਤਾਂ ਪੈਨਸਲ ਦੀ ਨੋਕ ਤੇ ਸਾਡੀ ਅੰਗੂਠੇ ਤੇ ਉਂਗਲ ਦੀ ਦਾਬ ਜਿਹੜੀ ਹੈ ਉਹਦੇ ਵਿੱਚ 1-2 ਸੈਂਟੀਮੀਟਰ ਜਿਹੜਾ ਇੰਨਾ ਕੁ ਫਰਕ ਹੋਣਾ ਚਾਹੀਦਾ। ਜ਼ਿਆਦਾ ਦੂਰੋਂ ਜਿਹੜੀ ਪੈਨਸਲ ਹੈ ਉਹ ਨਹੀਂ ਫੜਨੀ ਚਾਹੀਦੀ। ਉਸ ਤੋਂ ਬਾਅਦ ਜਿਹੜੀ ਮੰਨ ਲਓ ਅਸੀਂ ਕਾਗਜ਼ ਦੇ ਉੱਪਰ ਲਿਖਣਾ, ਉਸ ਕਾਗਜ਼ ਤੋਂ ਤੇ ਸਾਡੀਆਂ ਅੱਖਾਂ ਦੇ ਵਿੱਚ 25 ਤੋਂ 36 ਸੈਂਟੀਮੀਟਰ ਤੱਕ ਦੀ ਜਿਹੜੀ ਹੈ ਉਹ ਦੂਰੀ ਹੋਣੀ ਚਾਹੀਦੀ ਹੈ। ਨਾ ਤਾਂ ਜ਼ਿਆਦਾ ਨੇੜੇ ਹੋ ਕੇ ਲਿਖਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਦੂਰ ਹੋ ਕੇ ਲਿਖਣਾ ਚਾਹੀਦਾ। ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਹੈ ਯਾਦ ਰੱਖਣ ਯੋਗ ਕਿ ਜਦੋਂ ਵੀ ਅਸੀਂ ਕਾਗਜ਼ ਦੇ ਉੱਪਰ ਲਿਖਣਾ ਤਾਂ ਕਾਗਜ਼ ਜਿਹੜਾ ਹੈਗਾ ਉਹ ਅਸੀਂ 30 ਜਾਂ 40 ਡਿਗਰੀ ਦੇ ਐਂਗਲ ਦੇ ਉੱਪਰ ਹੀ ਆਪਣੇ ਕੋਲ ਰੱਖਣਾ। ਬਿਲਕੁਲ ਸਿੱਧਾ ਕਾਗਜ਼ ਵੀ ਰੱਖੋਗੇ ਤਾਂ ਜਿਹੜੀ ਗਲਾਈ ਹੈ ਅੱਖਰ ਦੀ ਉਹ ਸਹੀ ਨਹੀਂ ਦਿੱਤੀ ਜਾ ਸਕਦੀ। ਸੋ ਇਹਨਾਂ ਜੇਕਰ 3-4 ਪੁਆਇੰਟ ਹੈ ਜਿਹੜੇ ਇਹਨਾਂ ਨੂੰ ਅਸੀਂ ਧਿਆਨ ਵਿੱਚ ਰੱਖਾਂਗੇ ਤਾਂ ਮੈਨੂੰ ਉਮੀਦ ਹੈ ਕਿ ਅਸੀਂ ਜਿਹੜੀ ਆਪਣੀ ਲਿਖਾਈ ਹੈ ਉਹਨੂੰ ਬਹੁਤ ਹੀ ਖੂਬਸੂਰਤ ਬਣਾ ਸਕਦੇ ਹਾਂ। ਲਿਖਾਈ ਲਿਖਣੀ ਹੈ ਜਾਂ ਸੁੰਦਰ ਲਿਖਾਈ ਲਿਖਣੀ ਹੈ ਇਹ ਕੋਈ ਜਾਦੂਗਰੀ ਨਹੀਂ ਹੈ। ਸੁੰਦਰ ਲਿਖਾਈ ਸਿਰਫ ਰੋਜ਼ਾਨਾ ਦਾ ਅਭਿਆਸ ਹੈ। ਜਿਵੇਂ ਜਿਵੇਂ ਤੁਸੀਂ ਅਭਿਆਸ ਕਰਦੇ ਜਾਓਗੇ ਤੁਹਾਡੀ ਲਿਖਾਈ ਹੈ ਜਿਹੜੀ ਹੋਰ ਦੀ ਹੋਰ ਜਿਹੜੀ ਹੈ ਉਹ ਨਿਖਰਦੀ ਜਾਵੇਗੀ। ਲਿਖਾਈ ਇੱਕੋ ਦਮ ਕਦੇ ਖੂਬਸੂਰਤ ਨਹੀਂ ਬਣਦੀ ਵੀ ਅੱਜ ਤੁਸੀਂ ਵੀਡੀਓ ਦੇਖੀ ਜਾਂ ਅੱਜ ਮੰਨ ਲਓ ਮੈਂ ਲਿਖ ਰਿਹਾ ਤੁਸੀਂ ਮੈਨੂੰ ਲਿਖਦੇ ਨੂੰ ਦੇਖਿਆ ਤਾਂ ਤੁਹਾਡੀ ਲਿਖਾਈ ਕੱਲ੍ਹ ਨੂੰ ਖੂਬਸੂਰਤ ਹੋ ਜਾਵੇਗੀ। ਇਹ ਅਜਿਹਾ ਬਿਲਕੁਲ ਵੀ ਨਹੀਂ ਹੈ, ਨਾ ਹੀ ਕਦੇ ਸਾਡੀ ਲਿਖਾਈ ਇੰਨੀ ਜਲਦੀ ਬਣੀ ਹੈ ਖੂਬਸੂਰਤ। ਅਸੀਂ ਵੀ ਅਭਿਆਸ ਕੀਤਾ ਹੈ। ਪਹਿਲਾਂ ਮੇਰੀ ਲਿਖਾਈ ਵੀ ਕੋਈ ਜ਼ਿਆਦਾ ਚੰਗੀ ਨਹੀਂ ਸੀ, ਪਰ ਜਿਵੇਂ ਜਿਵੇਂ ਅਭਿਆਸ ਕਰਦੇ ਗਏ ਤਾਂ ਉਵੇਂ ਉਵੇਂ ਜਿਹੜੀ ਲਿਖਾਈ ਹੈ ਉਹ ਖੂਬਸੂਰਤ ਬਣਦੀ ਗਈ। ਹੁਣ ਅਸੀਂ ਸਟੈਪ ਬਾਏ ਸਟੈਪ ਜਿਹੜੇ ਉਹ ਚੱਲਾਂਗੇ ਕਿ ਕਿਸ ਤਰੀਕੇ ਨਾਲ ਜਿਹੜੇ ਹੈ ਸੁੰਦਰ ਲਿਖਾਈ ਨੂੰ ਬਣਾਉਣ ਲਈ ਅੱਖਰਾਂ ਦੀ ਬਣਤਰ ਨੂੰ ਕਿਸ ਤਰੀਕੇ ਨਾਲ ਘੜਿਆ ਜਾ ਸਕਦਾ। ਤਾਂ ਆਓ ਚੱਲਦੇ ਹਾਂ ਅਸੀਂ ਸੁੰਦਰ ਲਿਖਾਈ ਵੱਲ। ਸੈੱਟ 1 ਵਿੱਚ ਸਾਡੇ ਕੋਲੇ 6 ਅੱਖਰ ਨੇ ਜਿਨ੍ਹਾਂ ਦੀ ਬਣਤਰ ਜਿਹੜੀ ਹੈ ਉਹ ਇੱਕੋ ਜਿਹੀ ਹੈ। ਪੱਪਾ, ਖੱਖਾ, ਧੱਦਾ, ਥੱਥਾ, ਘੱਗਾ ਤੇ ਯਈਆ। ਇਸ ਲਈ ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਪੱਪਾ ਅੱਖਰ ਜਿਹੜਾ ਅਸੀਂ ਕਿਸ ਤਰੀਕੇ ਨਾਲ ਪਾਉਣਾ। ਪੱਪਾ ਅੱਖਰ ਪਾਉਣ ਲੱਗੇ ਅਸੀਂ ਇਹਨੂੰ 5 ਹਿੱਸਿਆਂ ਵਿੱਚ ਵੰਡਾਂਗੇ। ਸਭ ਤੋਂ ਪਹਿਲਾਂ ਤਾਂ ਇੱਕ ਛੋਟੀ ਜਿਹੀ ਲਾਈਨ ਜਿਹੜੀ ਹੈ ਉਹ ਅਸੀਂ ਲਾਵਾਂਗੇ। ਉਸ ਤੋਂ ਬਾਅਦ ਇੱਥੋਂ ਅੰਦਰ ਨੂੰ ਗਲਾਈ ਦਿੰਦੇ ਹੋਏ ਅੱਧ ਤੋਂ ਥੋੜਾ ਜਿਹਾ ਥੱਲੋਂ ਤੱਕ ਅਸੀਂ ਜਿਹੜੀ ਹੈ ਲਾਈਨ ਖਿੱਚਣੀ ਹੈ ਗਲਾਈਦਾਰ। ਇੱਥੇ ਧਿਆਨ ਰੱਖਣਾ ਵੀ ਆਹ ਜਿਹੜਾ ਪਾਸਾ ਹੈ ਦੋਨਾਂ ਦਾ, ਆਹ ਪੁਆਇੰਟ ਹੈ, ਇਹ ਬਿਲਕੁਲ ਸਿੱਧੀ ਰੇਖਾ 'ਚ ਹੋਣਾ ਚਾਹੀਦਾ, ਇਹ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਅਸੀਂ ਥੱਲੋਂ ਇੱਥੋਂ
ਗਲਾਈ ਦਾ ਰੇਖਾ ਖਿੱਚਦੇ ਹੋਏ ਬਿਲਕੁਲ ਇਹਦੇ ਬਰਾਬਰ ਲਿਆ ਕੇ ਇੱਥੇ ਜਿਹੜਾ ਹੈਗਾ ਅਸੀਂ ਇੱਥੇ ਰੁਕਣਾ। ਉਸ ਤੋਂ ਬਾਅਦ ਉੱਪਰਲੇ ਪਾਸਿਓਂ ਸਿੱਧੀ ਰੇਖਾ ਥੱਲੋਂ ਤੱਕ ਖਿੱਚਣੀ ਹੈ ਤੇ ਫਿਰ ਇੱਕ ਛੋਟੀ ਲਾਈਨ ਜਿਹੜੀ ਹੈ ਅਸੀਂ ਇੱਥੇ ਲਾਉਣੀ ਹੈ। ਇਸ ਤਰੀਕੇ ਨਾਲ ਸਾਡਾ ਪੱਪਾ ਅੱਖਰ ਜਿਹੜਾ ਉਹ 5 ਭਾਗਾਂ ਵਿੱਚ ਵੰਡ ਕੇ ਅਸੀਂ ਲਿਖ ਚੁੱਕੇ ਹਾਂ। ਇਸੇ ਤਰੀਕੇ ਨਾਲ ਹੀ ਸਾਡੇ ਕੋਲ ਅਗਲਾ ਅੱਖਰ ਹੈ ਖੱਖਾ। ਖੱਖੇ ਨੂੰ ਅਸੀਂ 6 ਭਾਗਾਂ ਵਿੱਚ ਵੰਡਦੇ ਹਾਂ। ਬਿਲਕੁਲ ਉਸੇ ਤਰੀਕੇ ਨਾਲ ਹੀ ਪਹਿਲਾਂ ਅਸੀਂ ਪੱਪਾ ਪਾਵਾਂਗੇ, ਪਹਿਲਾਂ ਛੋਟੀ ਲਾਈਨ, ਫਿਰ ਇੱਥੋਂ ਅੰਦਰ ਨੂੰ ਗਲਾਈ ਦਿੰਦੇ ਹੋਏ ਅੱਧ ਤੋਂ ਥੋੜਾ ਜਿਹਾ ਥੱਲੋਂ ਤੱਕ, ਜੇ ਅਸੀਂ ਅੱਧ ਤੱਕ ਵੀ ਲਵਾਂਗੇ ਤਾਂ ਵੀ ਠੀਕ ਰਹੇਗਾ, ਪਰ ਅੱਧ ਤੋਂ ਜੇਕਰ ਥੋੜਾ ਜਿਹਾ ਥੱਲੇ ਲੈ ਕੇ ਆਉਣੇ ਆ ਤਾਂ ਇਸ ਵਿੱਚ ਅੱਖਰ ਦੀ ਜਿਹੜੀ ਖੂਬਸੂਰਤੀ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤਾਂ ਇਸ ਤੋਂ ਬਾਅਦ ਥੱਲੋਂ ਗਲਾਈ ਦੇ ਕੇ ਫਿਰ ਜਿੰਨਾ ਕੁ ਅਸੀਂ ਅੱਖਰ ਨੂੰ ਚੌੜਾ ਰੱਖਣਾ ਹੈ ਉੱਥੋਂ ਤੱਕ ਲੈ ਕੇ ਜਾਵਾਂਗੇ। ਫਿਰ ਉੱਪਰਲੇ ਪਾਸਿਓਂ ਇਹ ਸੀ ਸਾਡਾ ਚੌਥਾ ਪੁਆਇੰਟ। ਉਸ ਤੋਂ ਬਾਅਦ ਛੋਟੀ ਜੀ ਰੇਖਾ, ਇਹ ਸਾਡਾ ਪੰਜਵਾਂ ਪੁਆਇੰਟ ਹੈ। ਉਸ ਤੋਂ ਬਾਅਦ ਖੱਖਾ ਬਣਾਉਣ ਲੱਗੇ ਅਸੀਂ ਅੱਧ ਤੋਂ ਥੋੜਾ ਜਿਹਾ ਉੱਤੇ, ਇਸ ਤਰੀਕੇ ਨਾਲ ਸਾਡਾ ਜਿਹੜਾ ਖੱਖਾ ਅੱਖਰ ਹੈ ਉਹ ਤਿਆਰ ਹੈ। ਉਸ ਤੋਂ ਬਾਅਦ ਸਾਡਾ ਅਗਲਾ ਅੱਖਰ ਹੈ ਧੱਦਾ, ਜਿਹੜਾ ਕਿ ਬਿਲਕੁਲ ਹੀ ਇਹਨਾਂ ਅੱਖਰਾਂ ਵਾਂਗ ਹੀ ਪਵੇਗਾ। ਧੱਦਾ ਪਾਉਣ ਲਈ ਸਭ ਤੋਂ ਜਿਹੜਾ ਪਹਿਲਾ ਸਾਡਾ ਪੁਆਇੰਟ ਹੈ ਉਹ ਹੈ ਅਸੀਂ ਉੱਪਰ ਸਿੱਧੀ ਜਿਹੜੀ ਰੇਖਾ ਹੈ ਉਹ ਖਿੱਚਾਂਗੇ। ਉਸ ਤੋਂ ਬਾਅਦ ਇੱਥੋਂ ਬਿਲਕੁਲ ਉਸੇ ਤਰੀਕੇ ਨਾਲ ਹੀ ਗਲਾਈ ਦੇ ਕੇ ਅੱਧ ਤੋਂ ਥੋੜਾ ਜਿਹਾ ਥੱਲੇ ਲੈ ਕੇ ਜਾਵਾਂਗੇ। ਫਿਰ ਇੱਥੋਂ ਥੱਲੋਂ ਗਲਾਈ ਦੇ ਕੇ ਉਸ ਤੋਂ ਬਾਅਦ ਸਾਡਾ ਜਿਹੜਾ ਚੌਥਾ ਪੁਆਇੰਟ ਹੈ ਇਹਨਾਂ ਵਾਂਗ ਹੀ ਇਸ ਤਰੀਕੇ ਨਾਲ ਸਾਡਾ ਧੱਦਾ ਅੱਖਰ ਜਿਹੜਾ ਉਹ ਤਿਆਰ ਹੈ। ਉਸ ਤੋਂ ਬਾਅਦ ਹੈ ਸਾਡੇ ਕੋਲ ਅਗਲਾ ਅੱਖਰ ਹੈ ਥੱਥਾ। ਥੱਥੇ ਨੂੰ ਵੀ ਅਸੀਂ 5 ਭਾਗਾਂ ਵਿੱਚ ਵੰਡ ਕੇ ਕਰਾਂਗੇ। ਪਹਿਲਾਂ ਉੱਪਰ ਸਿੱਧੀ ਲਾਈਨ ਲਾਵਾਂਗੇ ਅਸੀਂ। ਉਸ ਤੋਂ ਬਾਅਦ ਇੱਥੋਂ ਥੱਲੇ ਨੂੰ ਗਲਾਈ ਦਿੰਦੇ ਹੋਏ ਅੱਧ ਤੋਂ ਥੋੜਾ ਜਿਹਾ ਥੱਲੇ ਲੈ ਕੇ ਆਵਾਂਗੇ। ਫਿਰ ਇੱਥੋਂ ਥੱਲੇ ਨੂੰ ਗਲਾਈ ਦੇ ਕੇ ਬਿਲਕੁਲ ਹੀ ਇਹਨਾਂ ਅੱਖਰਾਂ ਵਾਂਗ। ਉਸ ਤੋਂ ਬਾਅਦ ਚੌਥਾ ਪੁਆਇੰਟ ਜਿਹੜਾ ਸਾਡਾ, ਤੇ ਫਿਰ ਪੰਜਵਾਂ ਪੁਆਇੰਟ ਸਾਡਾ ਜਿਹੜਾ ਹੈਗਾ ਖੱਖੇ ਵਾਂਗੂ ਹੀ ਅੱਧ ਤੋਂ ਥੋੜਾ ਜਿਹਾ ਉੱਪਰ ਅਸੀਂ ਵਿਚਕਾਰ ਲਾਈਨ ਲਾ ਦਾਂਗੇ। ਇਸ ਤਰੀਕੇ ਨਾਲ ਸਾਡਾ ਥੱਥਾ ਅੱਖਰ ਜਿਹੜਾ ਉਹ ਤਿਆਰ ਹੈ। ਇਸ ਤੋਂ ਬਾਅਦ ਹੈ ਇਸੇ ਹੀ ਬਣਤਰ ਦਾ ਸਾਡੇ ਕੋਲ ਪੰਜਵਾਂ ਅੱਖਰ ਹੈ ਘੱਗਾ, ਜਿਹੜਾ ਇਹਨਾਂ ਤੋਂ ਥੋੜਾ ਜਿਹਾ ਵੱਖਰੇ ਤਰੀਕੇ ਦਾ, ਪਰ ਬਣਤਰ ਇਹਦੀ ਬਿਲਕੁਲ ਇਸੇ ਤਰੀਕੇ ਨਾਲ ਹੀ ਹੈ। ਉਸੇ ਤਰੀਕੇ ਨਾਲ ਹੀ ਪਹਿਲਾਂ ਛੋਟੀ ਲਾਈਨ ਲਾਵਾਂਗੇ, ਫਿਰ ਇੱਥੋਂ ਅੰਦਰ ਨੂੰ ਗਲਾਈ ਦਿੰਦੇ ਹੋਏ ਅੱਧ ਤੋਂ ਥੋੜਾ ਜਿਹਾ ਥੱਲੇ ਉਵੇਂ ਲਿਆਵਾਂਗੇ। ਇੱਥੋਂ ਥੱਲੋਂ ਗਲਾਈ ਦਿੰਦੇ ਹੋਏ ਬਿਲਕੁਲ ਹੀ ਪਹਿਲੀ ਲਾਈਨ ਦੇ ਸਮਾਂਤਰ ਅਸੀਂ ਉੱਪਰ ਨੂੰ ਰੇਖਾ ਲੈ ਕੇ ਜਾਵਾਂਗੇ। ਇੱਥੋਂ ਫਿਰ ਗਲਾਈ ਦੇ ਕੇ ਥੱਲੋਂ ਬਿਲਕੁਲ ਇਹਦੇ ਸਮਾਂਤਰ ਹੀ ਆਹ ਰੇਖਾ ਲੈ ਕੇ ਆਵਾਂਗੇ। ਉਸ ਤੋਂ ਬਾਅਦ ਸਾਡਾ ਪੰਜਵਾਂ ਜਿਹੜਾ ਪੁਆਇੰਟ ਹੈ ਇਹਦਾ 90 ਡਿਗਰੀ ਤੇ ਥੱਲੇ ਨੂੰ ਅਸੀਂ ਰੇਖਾ ਖਿੱਚਾਂਗੇ। ਤੇ ਆਖਰੀ ਪੁਆਇੰਟ ਸਾਡਾ ਜਿਹੜਾ ਇਹਨੂੰ ਛੋਟੀ ਜੀ ਰੇਖਾ ਜਿਹੜੀ ਇਹਦੇ ਨਾਲ ਟੱਚ ਕਰਾਂਗੇ। ਇਸ ਤਰੀਕੇ ਨਾਲ ਸਾਡਾ ਜਿਹੜਾ ਘੱਗਾ ਅੱਖਰ ਹੈ ਉਹ ਬਿਲਕੁਲ ਤਿਆਰ ਹੈ। ਇੱਥੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਘੱਗੇ ਦੀ ਜਿਹੜੀ ਵਿਚਕਾਰਲੀ ਜਿਹੜੀ ਲਾਈਨ ਹੈ ਇਹਨੂੰ ਅਸੀਂ ਉੱਪਰ ਟੱਚ ਨਹੀਂ ਰੱਖਣਾ, ਥੋੜਾ ਜਿਹਾ ਥੱਲੇ ਹੀ ਰੱਖਣਾ ਹੈ ਇਹਨੂੰ। ਉਸ ਤੋਂ ਬਾਅਦ ਹੈ ਇਸ ਸੈੱਟ ਦਾ ਸਾਡੇ ਕੋਲ ਆਖਰੀ ਅੱਖਰ ਹੈ ਯਈਆ। ਇਹ ਵੀ ਇਸੇ ਤਰੀਕੇ ਨਾਲ ਹੀ ਹੈ। ਪਹਿਲਾ ਜਿਹੜਾ ਪੁਆਇੰਟ ਹੈ ਸਾਡਾ ਉੱਪਰ ਸਿੱਧੀ ਰੇਖਾ ਲਾਵਾਂਗੇ। ਉਸ ਤੋਂ ਬਾਅਦ ਬਿਲਕੁਲ ਉਸੇ ਤਰੀਕੇ ਨਾਲ ਹੀ ਅੱਧ ਤੋਂ ਥੱਲੇ ਤੱਕ ਅਸੀਂ ਇਹਨੂੰ ਗਲਾਈ ਦੇਵਾਂਗੇ। ਗਲਾਈ ਦੇਣ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਹੈ ਸਾਡਾ ਅੱਧ ਤੱਕ ਅਸੀਂ ਇਹਨੂੰ ਲੈ ਕੇ ਆਵਾਂਗੇ। ਉਸ ਤੋਂ ਬਾਅਦ ਚੌਥਾ ਭਾਗ ਸਾਡਾ ਫਿਰ ਛੋਟੀ ਜੀ ਰੇਖਾ ਸਿੱਧੀ, ਤੇ ਉਸ ਤੋਂ ਬਾਅਦ ਆਖਰੀ ਭਾਗ ਸਾਡਾ 90 ਡਿਗਰੀ ਦੇ ਐਂਗਲ ਤੇ ਸਿੱਧੀ ਰੇਖਾ ਅਸੀਂ ਖਿੱਚਾਂਗੇ। ਇਸ ਤਰੀਕੇ ਨਾਲ ਸਾਡਾ ਸੈੱਟ ਨੰਬਰ 1 ਦੇ ਵਿੱਚ ਜਿਹੜੇ 6 ਅੱਖਰ ਹੈ ਇੱਕੋ ਜਿਹੀ ਬਣਤਰ ਦੇ ਉਹ ਅਸੀਂ ਲਿਖ ਚੁੱਕੇ ਹਾਂ। ਪੱਪਾ, ਖੱਖਾ, ਧੱਦਾ, ਥੱਥਾ, ਘੱਗਾ ਤੇ ਯਈਆ। ਉਮੀਦ ਕਰਦਾ ਹਾਂ ਕਿ ਇਸ ਵੀਡੀਓ ਤੋਂ ਤੁਹਾਨੂੰ ਸੁੰਦਰ ਲਿਖਾਈ ਦੇ ਵਿੱਚ, ਸੁੰਦਰ ਬਣਤਰ ਦੇ ਵਿੱਚ ਅੱਖਰ ਜਿਹੜੇ ਸਿੱਖਣ ਦੇ ਵਿੱਚ ਉਹ ਜਾਣਕਾਰੀ ਮਿਲੀ ਹੋਊਗੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਸੈੱਟ 2 ਵਿੱਚ ਸਾਡੇ ਕੋਲ ਇੱਕੋ ਜਿਹੀ ਬਣਤਰ ਦੇ 4 ਅੱਖਰ ਨੇ, ਜੋ ਲਗਭਗ ਇਹਨਾਂ ਦੀ ਬਣਤਰ ਇੱਕੋ ਜਿਹੀ ਹੈ।
ਸੋ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਦੱਦਾ। ਦੱਦੇ ਨੂੰ ਅਸੀਂ 4 ਭਾਗਾਂ ਵਿੱਚ ਵੰਡ ਕੇ ਇਹਦੀ ਬਣਤਰ ਨੂੰ ਪੂਰਾ ਕਰਾਂਗੇ। ਸਭ ਤੋਂ ਪਹਿਲਾਂ ਉੱਪਰਲੇ ਪਾਸੇ ਲੇਟਵੀਂ ਰੇਖਾ ਖਿੱਚਾਂਗੇ, ਫਿਰ ਹੇਠਾਂ ਨੂੰ ਅੱਧ ਤਿੱਕਰ 90 ਡਿਗਰੀ ਦੇ ਐਂਗਲ ਤੇ ਸਿੱਧੀ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਉੱਪਰਲੀ ਰੇਖਾ ਦੇ ਸਮਾਂਤਰ ਫਿਰ ਲੇਟਵੀਂ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਬਿਨਾਂ ਅੱਖ ਬਣਾਉਂਦੇ ਹੋਏ ਇਹਨੂੰ ਅਸੀਂ ਗਲਾਈ ਦੇਵਾਂਗੇ। ਤਾਂ ਆਓ ਇਹਦੀ ਬਣਤਰ ਅਸੀਂ ਕਰਦੇ ਹਾਂ। ਸਭ ਤੋਂ ਪਹਿਲਾਂ ਉੱਪਰਲੇ ਪਾਸੇ ਇੱਕ ਲੇਟਵੀਂ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਹੇਠਾਂ ਨੂੰ 90 ਡਿਗਰੀ ਦੇ ਐਂਗਲ ਤੇ ਅਸੀਂ ਅੱਧ ਤਿੱਕਰ ਸਿੱਧੀ ਰੇਖਾ ਖਿੱਚੀ ਹੈ। ਉਸ ਤੋਂ ਬਾਅਦ ਫਿਰ ਉੱਪਰਲੀ ਰੇਖਾ ਦੇ ਸਮਾਂਤਰ ਅਸੀਂ ਇੱਕ ਲੇਟਵੀਂ ਰੇਖਾ ਖਿੱਚਾਂਗੇ ਜੋ ਅੱਧ ਦੇ ਬਿਲਕੁਲ ਉੱਪਰ ਚੱਲੇਗੀ। ਇਸ ਤੋਂ ਬਾਅਦ ਇਹ ਸਾਡੇ 3 ਪਾਰਟ ਕੰਪਲੀਟ ਹੋ ਗਏ, 1 2 ਤੇ 3। ਉਸ ਤੋਂ ਬਾਅਦ ਚੌਥੇ ਭਾਗ ਦੇ ਵਿੱਚ ਅਸੀਂ ਬਿਨਾਂ ਇੱਥੇ ਅੱਖ ਬਣਾਏ ਇਹਨੂੰ ਜਿਹੜੀ ਗਲਾਈ ਦੇਣੀ ਹੈ ਬਿਲਕੁਲ ਥੱਲੋਂ ਤੱਕ ਟੱਚ ਕਰਕੇ। ਇਹ ਆ ਸਾਡੇ ਕੋਲੇ ਦੱਦਾ ਅੱਖਰ। ਸੈੱਟ 2 ਦੇ ਵਿੱਚ ਦੂਸਰਾ ਅੱਖਰ ਹੈ ਸਾਡੇ ਕੋਲ ਚੱਚਾ। ਚੱਚੇ ਦੀ ਬਣਤਰ ਵੀ ਲਗਭਗ ਦੱਦੇ ਵਾਂਗੂ ਹੀ ਹੈ। ਇਹਦੇ ਵਿੱਚ ਵੀ ਅਸੀਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਇੱਕ ਲੇਟਵੀਂ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਅੱਧ ਤਿੱਕਰ ਇਹਦੇ ਵਿੱਚ ਵੀ 90 ਡਿਗਰੀ ਦੇ ਐਂਗਲ ਤੇ ਸਿੱਧੀ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਫਿਰ ਉੱਪਰਲੀ ਰੇਖਾ ਦੇ ਸਮਾਂਤਰ ਅੱਧ ਤੋਂ ਅਸੀਂ ਲੇਟਵੀਂ ਰੇਖਾ ਖਿੱਚਾਂਗੇ। ਫਿਰ ਇੱਥੇ ਦੱਦੇ ਵਾਂਗ ਹੀ ਬਿਨਾਂ ਅੱਖ ਬਣਾਏ ਅਸੀਂ ਇਹਨੂੰ ਇੱਥੇ ਜਾ ਕੇ ਮੇਲ ਦਾਂਗੇ। ਇੱਥੇ ਇੱਕ ਗੱਲ ਦਾ ਖਿਆਲ ਰੱਖਣਾ ਕਿ ਆਹ ਬਿਲਕੁਲ ਇਹਦੀ ਸੇਧ 'ਚ ਜਾਣਾ ਚਾਹੀਦਾ ਹੈ, ਨਾ ਅੱਗੇ ਤੇ ਨਾ ਪਿੱਛੇ। ਇੱਥੇ ਨਾ ਹੀ ਚੱਚੇ ਦੀ ਜਿਹੜੀ ਹੈ ਉਹ ਅੱਖ ਬਣਨੀ ਚਾਹੀਦੀ ਹੈ। ਅਕਸਰ ਹੀ ਬੱਚੇ ਗਲਤੀ ਕਰਦੇ ਆ ਕਿ ਉਹ ਦੱਦਾ ਬਣਾਉਣ ਲੱਗੇ ਜਾਂ ਚੱਚਾ ਬਣਾਉਣ ਲੱਗੇ ਇੱਥੇ ਅੱਖ ਬਣਾ ਦਿੰਦੇ ਆ, ਜੋ ਕਿ ਟੈਕਨੀਕਲ ਤੌਰ ਤੇ ਬਿਲਕੁਲ ਗਲਤ ਹੈ। ਹੁਣ ਸਾਡੇ ਕੋਲ ਸੈੱਟ 2 ਦੇ ਵਿੱਚ ਹੈ ਤੀਸਰਾ ਅੱਖਰ ਢੱਡਾ। ਢੱਡੇ ਦੀ ਬਣਤਰ ਵੀ ਲਗਭਗ ਇਹਨਾਂ ਦੇ ਨਾਲ ਦੀ ਹੋਈ ਹੈ। ਸਭ ਤੋਂ ਪਹਿਲਾਂ ਉੱਪਰਲੇ ਪਾਸੇ ਇੱਕ ਲੇਟਵੀਂ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਹੇਠਾਂ ਨੂੰ 90 ਡਿਗਰੀ ਦੇ ਐਂਗਲ ਤੇ ਅੱਧ ਤੋਂ ਥੋੜਾ ਜਿਹਾ ਉੱਪਰ ਆ ਕੇ ਅਸੀਂ ਇੱਥੇ ਰੋਕਾਂਗੇ। ਦੱਦੇ ਦੇ ਚੱਚੇ ਵਿੱਚ ਅਸੀਂ ਅੱਧ ਤਿੱਕਰ ਰੇਖਾ ਖਿੱਚਦੇ ਹਾਂ, ਪਰ ਇਹਦੇ ਵਿੱਚ ਅੱਧ ਤੋਂ ਥੋੜਾ ਜਿਹਾ ਅਸੀਂ ਉੱਪਰ ਰੋਕਾਂਗੇ ਕਿਉਂਕਿ ਥੱਲੜੇ ਪਾਸੇ ਅਸੀਂ ਢੱਡੇ ਦੀ ਜਿਹੜੀ ਹੈ ਉਹ ਵੱਡੀ ਅੱਖ ਬਣਾਉਣੀ ਹੈ। ਉਸ ਤੋਂ ਬਾਅਦ ਦੂਜੇ ਭਾਗ ਦੇ ਵਿੱਚ ਅਸੀਂ ਉੱਪਰਲੀ ਰੇਖਾ ਦੇ ਸਮਾਂਤਰ ਬਿਲਕੁਲ ਇੱਕ ਲੇਟਵੀਂ ਰੇਖਾ ਖਿੱਚਾਂਗੇ। ਇੱਥੇ ਫਿਰ ਇਸ ਥਾਂ ਤੇ ਬਿਨਾਂ ਅੱਖ ਬਣਾਉਂਦੇ ਥੱਲੜੇ ਪਾਸੇ ਅਸੀਂ ਇੱਕ ਵੱਡੀ ਅੱਖ ਬਣਾਵਾਂਗੇ। ਇਹ ਆ ਸਾਡੇ ਕੋਲ ਢੱਡੇ ਦੀ ਬਣਤਰ। ਇਹਦੇ ਵਿੱਚ ਵੀ ਖਿਆਲ ਰੱਖਣਾ ਕਿ ਆਹ ਜਿਹੜੇ ਪੁਆਇੰਟ ਹੈ ਤਿੰਨੇ, ਆਹ ਵਾਲਾ ਤੇ ਆਹ ਲਾਈਨ, ਇਹ ਬਿਲਕੁਲ ਇੱਕ ਸਿੱਧੀ ਰੇਖਾ 'ਚ ਹੋਣੇ ਚਾਹੀਦੇ ਹੈ, ਇਹ ਅੱਗੇ ਪਿੱਛੇ ਨਹੀਂ ਹੋਣੇ ਚਾਹੀਦੇ। ਉਸ ਤੋਂ ਬਾਅਦ ਸਾਡੇ ਕੋਲ ਸੈੱਟ 2 ਦੇ ਵਿੱਚ ਚੌਥਾ ਅੱਖਰ ਜੱਜਾ। ਜੱਜੇ ਨੂੰ ਵੀ ਅਸੀਂ 4 ਭਾਗਾਂ ਵਿੱਚ ਵੰਡ ਕੇ ਕਰਾਂਗੇ। ਸਭ ਤੋਂ ਪਹਿਲੇ ਭਾਗ ਦੇ ਵਿੱਚ ਅਸੀਂ ਉੱਪਰ ਲੇਟਵੀਂ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਹੇਠਾਂ ਨੂੰ 90 ਡਿਗਰੀ ਦੇ ਐਂਗਲ ਤੇ ਸਿੱਧੀ ਰੇਖਾ ਖਿੱਚਾਂਗੇ। ਉਸ ਤੋਂ ਬਾਅਦ ਅੱਧ ਤੋਂ ਉੱਪਰਲੀ ਰੇਖਾ ਦੇ ਸਮਾਂਤਰ ਇੱਕ ਲੇਟਵੀਂ ਰੇਖਾ ਖਿੱਚਾਂਗੇ। ਇੱਥੇ ਫਿਰ ਬਿਨਾਂ ਅੱਖ ਬਣਾਏ ਅਸੀਂ ਥੱਲੋਂ ਤੱਕ ਰੇਖਾ ਖਿੱਚਾਂਗੇ। ਇਹ ਆ ਸਾਡੇ ਕੋਲੇ ਜੱਜਾ, ਜਿਹਨੂੰ ਅਸੀਂ 4 ਭਾਗਾਂ 'ਚ ਵੰਡ ਕੇ ਬਣਾਇਆ, 1 2 3 ਤੇ 4। ਇਹਨਾਂ ਚਾਰਾਂ ਵਿੱਚ ਇੱਕ ਚੀਜ਼ ਬਿਲਕੁਲ ਅਸੀਂ ਧਿਆਨ ਰੱਖਣੀ ਹੈ ਹਮੇਸ਼ਾ ਬਣਾਉਣ ਲੱਗੇ ਕਿ ਇੱਥੇ ਅੱਖ ਜਿਹੜੀ ਹੈ ਉਹ ਬਿਲਕੁਲ ਵੀ ਅਸੀਂ ਨਹੀਂ ਦਿਖਾਵਾਂਗੇ। ਦੱਦੇ ਨੂੰ ਅੱਧ ਤਿੱਕਰ ਲੈ ਕੇ ਆਵਾਂਗੇ, ਚੱਚੇ ਨੂੰ ਵੀ ਅੱਧ ਤਿੱਕਰ ਰੇਖਾ ਲੈ ਕੇ ਆਵਾਂਗੇ। ਢੱਡੇ ਦੀ ਜਿਹੜੀ ਰੇਖਾ ਹੈਗੀ ਉੱਪਰੋਂ ਅਸੀਂ ਲਿਆ ਰਹੇ ਹਾਂ ਉਹ ਅੱਧ ਤੋਂ ਮਾਮੂਲੀ ਜੀ ਉੱਪਰ ਰੱਖਾਂਗੇ ਤੇ ਜੱਜੇ ਵਾਰੀ ਫਿਰ ਅਸੀਂ ਅੱਧ ਤਿੱਕਰ ਆਵਾਂਗੇ। ਇਹ ਸੀ ਸੈੱਟ 2 ਦੇ 4 ਅੱਖਰ। ਉਮੀਦ ਹੈ ਤੁਹਾਨੂੰ ਇਹਨਾਂ 4 ਅੱਖਰਾਂ ਦੀ ਬਣਤਰ ਆਸਾਨੀ ਨਾਲ ਸਮਝ ਆ ਗਈ ਹੋਵੇਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੈੱਟ 3 ਵਿੱਚ ਹੈ ਸਾਡੇ ਕੋਲ 3 ਅੱਖਰ ਨੰਨਾ, ਠੱਠਾ ਤੇ ਲੱਲਾ। ਇਹਨਾਂ ਤਿੰਨਾਂ ਦੀ ਬਣਤਰ ਇੱਕੋ ਜਿਹੀ ਹੈ। ਸੋ ਪਹਿਲਾਂ ਅਸੀਂ ਦੇਖਾਂਗੇ ਨੰਨੇ ਦੀ ਬਣਾਵਟ ਕਿਸ ਤਰੀਕੇ ਦੀ ਹੈ। ਇਹਨੂੰ ਅਸੀਂ 4 ਭਾਗਾਂ ਵਿੱਚ ਵੰਡਾਂਗੇ। ਸਭ ਤੋਂ ਪਹਿਲਾਂ ਤਾਂ ਉੱਪਰ ਅਸੀਂ ਸਿੱਧੀ ਲਾਈਨ ਲਾਵਾਂਗੇ।
ਉਸ ਤੋਂ ਬਾਅਦ ਥੱਲੇ ਨੂੰ ਅੱਧ ਤੋਂ ਥੋੜਾ ਜਿਹਾ ਇਹਨੂੰ ਅਸੀਂ ਉੱਪਰ ਰੱਖਾਂਗੇ। ਉਸ ਤੋਂ ਬਾਅਦ ਫਿਰ ਦੂਜੇ ਪਾਸਿਓਂ ਇਹ ਹੈ ਸਾਡੇ ਕੋਲੇ ਸੈੱਟ 3 ਦਾ ਪਹਿਲਾ ਅੱਖਰ ਨੰਨਾ। ਉਸ ਤੋਂ ਬਾਅਦ ਹੈ ਸਾਡੇ ਕੋਲ ਦੂਜਾ ਅੱਖਰ ਠੱਠਾ। ਠੱਠੇ ਵਿੱਚ ਅਸੀਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਲਾਈਨ ਲਾਵਾਂਗੇ। ਉਸ ਤੋਂ ਬਾਅਦ ਹੇਠਾਂ ਨੂੰ ਇਹਦੇ ਵਿੱਚ ਨੰਨੇ ਤੋਂ ਅਸੀਂ ਥੋੜਾ ਜਿਹਾ ਲਾਈਨ ਨੂੰ ਉੱਪਰ ਰੱਖਣਾ। ਨੰਨੇ ਵਿੱਚ ਅਸੀਂ ਅੱਧ ਤੋਂ ਥੋੜਾ ਜਿਹਾ ਉੱਤੇ, ਯਾਨੀ ਕਿ 40% ਤੱਕ ਲੈ ਕੇ ਆਏ ਸੀ, ਪਰ ਇਹਦੇ ਵਿੱਚ ਅਸੀਂ 30% ਤੱਕ ਲੈ ਕੇ ਆਵਾਂਗੇ, ਉੱਪਰ ਰੱਖਾਂਗੇ। ਉਸ ਤੋਂ ਬਾਅਦ ਇੱਕ ਵਾਰੀ ਇਧਰੋਂ ਤੇ ਇੱਕ ਵਾਰੀ ਇਧਰੋਂ, ਇਹਨੂੰ ਅਸੀਂ ਇੱਕੋ ਵਾਰੀ 'ਚ ਗੋਲ ਚੱਕਰ ਵੀ ਬਣਾ ਸਕਦੇ ਹਾਂ, ਉਹ ਤੁਹਾਡੇ ਉੱਤੇ ਹੈ, ਜਿਵੇਂ ਵੀ ਤੁਹਾਨੂੰ ਇਹ ਆਸਾਨ ਲੱਗਦਾ ਹੈ। ਤਾਂ ਇਹ ਸੀ ਸਾਡਾ ਦੂਜਾ ਅੱਖਰ ਠੱਠਾ। ਹੁਣ ਅਸੀਂ ਸੈੱਟ 3 ਦੇ ਤੀਜੇ ਅੱਖਰ ਬਾਰੇ ਦੇਖਾਂਗੇ, ਲੱਲਾ। ਲੱਲੇ ਨੂੰ ਅਸੀਂ 5 ਭਾਗਾਂ ਵਿੱਚ ਬਣਾਵਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲੇ ਉੱਪਰਲਾ ਭਾਗ ਹੈ ਜਿਹੜਾ, ਅਸੀਂ ਲਾਈਨ ਲਾਵਾਂਗੇ। ਉਸ ਤੋਂ ਬਾਅਦ ਹੈ ਹੇਠਾਂ ਨੂੰ ਤਿਕੋਣ ਬਣਾਵਾਂਗੇ, ਅੱਧ ਤੋਂ ਥੋੜਾ ਜਿਹਾ ਥੱਲੇ ਲਿਜਾ ਕੇ ਇਹਨੂੰ ਅੱਧ ਤੋਂ ਥੋੜਾ ਜਿਹਾ ਅਸੀਂ ਥੱਲੇ ਰੱਖਾਂਗੇ। ਉਸ ਤੋਂ ਬਾਅਦ ਹੈ ਅੱਧ ਤੋਂ ਉੱਪਰਲੇ ਪਾਸਿਓਂ ਅਸੀਂ ਦੋਨੇ ਪਾਸਿਓਂ ਸ਼ੁਰੂ ਕਰਾਂਗੇ। ਪਹਿਲਾਂ ਇੱਧਰਲੇ ਪਾਸਿਓਂ, ਫਿਰ ਇੱਧਰਲੇ ਪਾਸਿਓਂ। ਇਹ ਆ ਸਾਡੇ ਕੋਲੇ ਸੈੱਟ 3 ਦਾ ਤੀਜਾ ਅੱਖਰ ਲੱਲਾ। ਉਮੀਦ ਹੈ ਤੁਹਾਨੂੰ ਤਿੰਨੋਂ ਅੱਖਰ ਆਸਾਨੀ ਨਾਲ ਸਮਝ ਆ ਗਏ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।